ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ। ਖਾਂ ਵਜੀਰ ਉਰ ਹਰਖ ਧਰ ਪਹੁੰਚਿਓ ਸਤਿਗੁਰ ਪਾਸ। ਨੰਮਰ ਹੋਏ ਬੰਧਨ ਕਰੀ ਜਲ ਦਰਸ਼ਨ ਜਿਸ ਪਿਆਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤ ਸੰਗਤ ਜੀ। ਆਪ ਵਡਭਾਗੀ ਹੋ, ਵੱਡਿਆਂ ਭਾਗਾਂ ਵਾਲੇ ਹੋ। ਜੋ ਸ਼ਬਦ ਗੁਰੂ ਸ਼ਬਦ ਬ੍ਰਹਮ ਸਾਗਰ ਚਬਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਤਪ ਸਥਾਨ ਗੁਰਦੁਆਰਾ ਬਾਠ ਸਾਹਿਬ ਵਿਖੇ ਪਿਛਲੇ ਪਹਿਰ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਵੇਲੇ ਦੇ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਤਿਹਾਸ ਦੀ ਲੜੀਵਾਰ ਕਥਾ ਆਪ ਸਭ ਸੰਗਤਾਂ ਸਰਵਣ ਕਰ ਰਹੇ ਹੋ ਜੀ। ਕੱਲ ਰੋਜ਼ ਤੱਕ ਇਤਿਹਾਸਕ ਸਾਖੀ ਇੱਥੋਂ ਤੱਕ ਸਰਵਣ ਕਰ ਆਏ ਹੋ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਹਨ। ਪਹਿਲਾਂ ਇੱਕ ਅਹਿਲਕਾਰ ਆਇਆ ਹੈ, ਫਿਰ ਵਜ਼ੀਰ ਖਾਨ ਨੂੰ ਬਾਦਸ਼ਾਹ ਨੇ ਭੇਜਿਆ। ਵਜ਼ੀਰ ਖਾਨ ਨੇ ਵੀ ਆਕਰ ਬੇਨਤੀ ਕੀਤੀ ਕਿ ਸੱਚਿਆ ਪਾਤਸ਼ਾਹ, ਬਾਦਸ਼ਾਹ ਆਪ ਨੂੰ ਮਿਲਣਾ ਚਾਹੁੰਦਾ ਹੈ, ਸੋ ਗਵਾਲੀਅਰ ਦੇ ਕਿਲੇ ਤੋਂ ਚੱਲਣਾ ਕਰੋ। ਕਿਉਂਕਿ ਵਜ਼ੀਰ ਖਾਨ ਨੇ ਪਹਿਲੇ ਪਾਤਸ਼ਾਹ ਜੀ ਤੋਂ ਲੈ ਕਰ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਛੇਵੇਂ ਪਾਤਸ਼ਾਹ ਜੀ ਤੱਕ ਮਹਾਰਾਜ ਜੀ ਦੇ ਜੀਵਨ ਸੰਬੰਧੀ ਸਤਿਗੁਰੂ ਜੀ ਦੇ ਜੀਵਨ ਪ੍ਰਤੀ ਤੇ ਨਾਲ ਹੀ ਜਿਹੜੇ ਜਹਾਂਗੀਰ ਦੇ ਵੱਡ ਵਡੇਰੇ ਹੋਏ ਉਹਨਾਂ ਦੇ ਬਾਰੇ ਵੀ ਦੱਸਿਆ ਸੀ ਕਿ ਕਿਸ ਪ੍ਰਕਾਰ ਉਹ ਗੁਰੂ ਜੀ ਦੇ ਸਨਮੁਖ ਗੁਰੂ ਘਰ ਦੇ ਸਨਮੁਖ ਝੁਕੇ ਤੇ ਵਡਿਆਈਆਂ ਜਿਹੜੀਆਂ ਸਨ ਉਹ ਪ੍ਰਾਪਤ ਕੀਤੀਆਂ। ਹੁਣ ਵੀ ਇਹ ਜਿਹੜਾ ਵਿਗਾੜ ਹੈ ਇਹ ਚੰਦੂ ਦਾ ਹੀ ਪਾਇਆ ਹੋਇਆ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਆਵਨ ਤਾਂ ਇੱਕ ਸੁਚੱਜਾ ਕਾਰਜ ਹੋਵੇਗਾ। ਵਜ਼ੀਰ ਖਾਨ ਆਇਆ ਹੈ ਗਵਾਲੀਅਰ ਦੇ ਕਿਲੇ ਦੇ ਵਿੱਚ ਆਕਰ ਸਤਿਗੁਰੂ ਜੀ ਨੂੰ ਬੇਨਤੀ ਕੀਤੀ। ਜਦੋਂ ਜਿਹੜੇ ਉੱਥੇ ਰਾਜੇ ਸੀ ਕੈਦ ਸਨ ਉਹਨਾਂ ਨੂੰ ਪਤਾ ਲੱਗਿਆ ਕਿ ਸਤਿਗੁਰੂ ਜੀ ਰਿਹਾ ਹੋਣ ਜਾ ਰਹੇ ਹਨ, ਸਾਰੇ ਹੀ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆਏ ਹਨ। ਬੇਨਤੀ ਕੀਤੀ ਕਿ ਸਤਿਗੁਰੂ ਜੀ ਤੁਹਾਡੇ ਆਉਣ ਦੇ ਨਾਲ ਸਾਡਾ ਜਿਹੜਾ ਜੀਵਨ ਸੀ ਉਹ ਸੁਚੱਜਾ ਹੋਇਆ। ਹੁਣ ਤੁਸੀਂ ਚਲੇ ਜਾਵੋਗੇ, ਅਸੀਂ ਇੱਥੇ ਇਕੱਲੇ ਹੀ ਰਹਿ ਜਾਵਾਂਗੇ। ਕਿਰਪਾ ਕਰੋ ਸਾਨੂੰ ਵੀ ਨਾਲ ਲੈ ਕਰ ਚੱਲੋ। ਤਾਂ ਸਤਿਗੁਰੂ ਜੀ ਨੇ ਫਿਰ ਵਜ਼ੀਰ ਖਾਨ ਨੂੰ ਆਖ ਦਿੱਤਾ ਕਿ ਜੇਕਰ ਇਹ ਸਾਰੇ ਰਾਜੇ ਸਾਡੇ ਨਾਲ ਬਾਹਰ ਜਾਂਦੇ ਹਨ ਤਾਂ ਫਿਰ ਅਸੀਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਚਲੇ ਜਾਵਾਂਗੇ, ਨਹੀਂ ਤਾਂ ਅਸੀਂ ਫਿਰ ਇੱਥੇ ਹੀ ਰਹਿ ਕਰ ਮਾਲਕ ਦੀ ਭਜਨ ਬੰਦਗੀ ਕਰਦੇ ਹੋਵਾਂਗੇ, ਇੱਥੇ ਹੀ ਜੀਵਨ ਦਾ ਨਿਰਵਾਹ ਕਰਦੇ ਹੋਵਾਂਗੇ। ਵਜ਼ੀਰ ਖਾਨ ਨੇ ਆਖਣਾ ਕੀਤਾ, ਸਤਿਗੁਰੂ ਜੀ ਇਹ ਬਹੁਤ ਹੀ ਵੱਡਾ ਕਾਰਜ ਹੈ। ਤੇ ਨਾਲ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਦੇ ਹਨ ਕਿ ਤੁਸੀਂ ਬਾਦਸ਼ਾਹ ਦੇ ਕੋਲ ਜਾਵੋ, ਸਾਰੇ ਕੈਦੀਆਂ ਦੀ ਰਿਹਾਈ ਬਾਰੇ ਜਿਹੜੀ ਵਾਰਤਾ ਹੈ ਨਾ ਉਸ ਨੂੰ ਪ੍ਰਗਟ ਕਰੋ।
ਅਸੀਂ ਇਹਨਾਂ ਸਮੇਤ ਹੀ ਕਿਲੇ ਦੇ ਵਿੱਚੋਂ ਨਿਕਲਾਂਗੇ, ਨਹੀਂ ਤਾਂ ਅਸੀਂ ਇੱਥੇ ਹੀ ਬੈਠੇ ਰਹਾਂਗੇ। ਇੱਥੋਂ ਤੱਕ ਦਾ ਜਿਹੜਾ ਇਤਿਹਾਸ ਹੈ, ਪਿਛਲੇ ਰੋਜ਼ ਤੱਕ ਆਪ ਸਭ ਸੰਗਤਾਂ ਸਰਵਣ ਕਰ ਆਏ ਹੋ। ਆਓ ਮਨ ਬਿਰਤੀ ਇਕਾਗਰ ਕਰਕੇ ਧਿਆਨ ਗੁਰ ਚਰਨਾਂ ਦੇ ਵਿੱਚ ਜੋੜ ਕਰ ਆਉਣ ਵਾਲੇ ਇਤਿਹਾਸ ਨੂੰ ਸਰਵਣ ਕਰਕੇ ਹਿਰਦਿਆਂ ਵਿੱਚ ਵਸਾ ਕਰ ਆਪਣਾ ਜੀਵਨ ਸਫਲਾ ਕਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਚੌਪਈ। ਸੁਨੇ ਵਜ਼ੀਰ ਖਾਨ ਗੁਰ ਬੈਨ। ਗੁਰੂ ਸਵਾਰੀ ਸੰਗਤ ਜੀਓ, ਕਵੀ ਜੀ ਲਿਖਦੇ ਹਨ ਕਿ ਵਜ਼ੀਰ ਖਾਨ ਨੇ ਸਤਿਗੁਰੂ ਜੀ ਦੇ ਬਚਨ ਸੁਨੇ ਹਨ। ਬਿਖਮ ਬਾਤ ਨਿਜ ਬਸ ਜੋ ਹੈ ਨ। ਤਾਂ ਉਹ ਆਖਦਾ ਸੋਚਦਾ ਹੈ ਕਿ ਇਸ ਉਸ ਵਾਸਤੇ ਬਹੁਤ ਹੀ ਔਖੀ ਗੱਲ ਹੈ, ਜਿਸ ਬਾਰੇ ਫੈਸਲਾ ਲੈਣਾ ਉਸ ਦੇ ਵੱਸ ਦੇ ਵਿੱਚ ਨਹੀਂ ਹੈ। ਕਹਿਓ ਨ ਗਇਓ ਵਿਚਾਰਤ ਰਹਿਓ। ਉਸ ਦੇ ਕੋਲੋਂ ਕੁਝ ਵੀ ਕਹਿਆ ਨਾ ਗਿਆ ਤੇ ਮਨ ਦੇ ਵਿੱਚ ਉਹ ਵਿਚਾਰਦਾ ਰਹਿੰਦਾ ਹੈ। ਮਨ ਸ਼ਾਹੋ ਕਿਨਹ ਚਿਤ ਲਹਿਓ। ਬਾਦਸ਼ਾਹ ਮੰਨੇਗਾ ਕਿ ਨਹੀਂ ਮੰਨੇਗਾ, ਉਹ ਚਿੱਤ ਦੇ ਵਿੱਚ ਨਿਰੰਤਰ ਇਹੋ ਹੀ ਸੋਚਦਾ ਰਹਿੰਦਾ ਹੈ। ਤਉ ਗਿਨਤ ਮਨ ਬਿਖਮ ਨ ਕੋਈ। ਤਾਂ ਵੀ ਉਹ ਮਨ ਦੇ ਵਿੱਚ ਇਹ ਸੋਚਣ ਲੱਗਾ ਕਿ ਇਹ ਕੋਈ ਔਖੀ ਗੱਲ ਨਹੀਂ ਹੈ। ਸ਼ਕਤ ਅਨੰਤ ਗੁਰੂ ਮੈਂ ਹੋਈ। ਗੁਰੂ ਜੀ ਦੇ ਵਿੱਚ ਬੇਅੰਤ ਤਾਕਤਾਂ ਸ਼ਕਤੀਆਂ ਹਨ। ਅਨ ਬਨ ਭੀ ਸਭ ਲੇਹ ਬਣਾਏ। ਉਹ ਨਾ ਬਣਨ ਵਾਲੀ ਗੱਲ ਜਿਹੜੀ ਹੈ, ਜੇਕਰ ਮਾਲਕ ਜੀ ਚਾਹਣ ਤਾਂ ਉਸ ਨੂੰ ਵੀ ਬਣਾ ਸਕਦੇ ਹਨ। ਬਨੀ ਬਾਤ ਕੋ ਦੇ ਬਿਗਰਾਏ। ਜਿਹੜਾ ਬਣਿਆ ਹੋਇਆ ਕਾਰਜ ਹੈ ਉਸ ਨੂੰ ਵੀ ਵਿਗਾੜ ਸਕਦੇ ਹਨ। ਮੇਰੋ ਧਰਮ ਬਚਨ ਗੁਰ ਮਾਨੋ। ਮੇਰਾ ਧਰਮ ਜਿਹੜਾ ਹੈ, ਮੇਰਾ ਜਿਹੜਾ ਫਰਜ਼ ਹੈ ਉਹ ਇਹੋ ਹੈ ਕਿ ਮੈਂ ਗੁਰੂ ਜੀ ਦੇ ਬਚਨ ਮੰਨਾ ਹਾਂ। ਜਿਮ ਕਹਿ ਤਿਮ ਚੱਲ ਸ਼ਾਹ ਬਖਾਨੋ। ਜਿਵੇਂ ਗੁਰੂ ਜੀ ਫਰਮਾਉਂਦੇ ਹਨ ਉਸੇ ਤਰ੍ਹਾਂ ਹੀ ਜਾ ਕੇ ਬਾਦਸ਼ਾਹ ਨੂੰ ਦੱਸ ਦੇਵਾਂ ਹਾਂ। ਫੇਰੋ ਨਹਿ ਗਮਨੋ ਅਨੁਸਾਰੇ। ਮੈਂ ਗੁਰੂ ਜੀ ਦੇ ਬਚਨਾਂ ਨੂੰ ਮੋੜਾਂਗਾ ਨਹੀਂ ਅਤੇ ਉਹਨਾਂ ਦੇ ਅਨੁਸਾਰ ਹੋ ਕਰ ਹੀ ਚੱਲਾਂਗਾ। ਇਮ ਵਿਚਾਰ ਕਰ ਬਚਨ ਉਚਾਰੇ। ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਕੇ ਉਸ ਨੇ ਗੁਰੂ ਜੀ ਦੇ ਸਨਮੁਖ ਬਚਨ ਉਚਾਰੇ ਹਨ। ਦਇਆ ਕਰਨ ਕੀ ਬਾਨ ਤੁਮਾਰੀ। ਸਤਿਗੁਰੂ ਜੀਓ, ਦਇਆ ਕਰਨਾ ਆਪ ਜੀ ਦਾ ਸੁਭਾਅ ਹੈ। ਨਿਕਟ ਦੁਖੀ ਭੇ ਸ਼ਰਨ ਅਗਾਰੀ। ਤੁਹਾਡੇ ਕੋਲ ਦੁਖੀ ਹੋਏ ਕੈਦੀ ਰਾਜੇ ਜਿਹੜੇ ਹਨ ਉਹ ਆਏ, ਤੁਹਾਡੀ ਸ਼ਰਨ ਦੇ ਵਿੱਚ ਆ ਗਏ ਹਨ। ਆਪਨ ਪ੍ਰਤਿਗਿਆ ਕਰੋ ਨਿਬਾਹਨ। ਸੋ ਸਤਿਗੁਰੂ ਜੀਓ, ਜਿਹੜਾ ਤੁਹਾਡੇ ਪ੍ਰਤਿਗਿਆ ਭਾਵ ਪ੍ਰਣ ਹੈ, ਜੋ ਤੁਹਾਡਾ ਬਿਰਧ ਬਾਣੀ ਦੀ ਪੈਜ ਰੱਖਣ ਵਾਲਾ ਕਾਰਜ ਹੈ, ਉਸ ਦਾ ਪਾਲਣ ਕਰੋ। ਸਦਾ ਸਹਾਇਕ ਸੰਸੈ ਨਾਹਿਨ। ਸੋ ਆਪ ਸਦਾ ਹੀ ਸਹਾਇਕ ਹੁੰਦੇ ਹੋ ਜੋ ਸ਼ਰਨ ਦੇ ਵਿੱਚ ਆਉਂਦਾ ਹੈ, ਤੇ ਇਸ ਕਾਰਜ ਦੇ ਵਿੱਚ ਸਤਿਗੁਰੂ ਜੀ ਕੋਈ ਸ਼ੰਕਾ ਨਹੀਂ ਹੈ। ਇਮ ਕਹਿ ਸੁਨ ਕਹਿ ਹੋਏ ਅਸਵਾਰ। ਵਜ਼ੀਰ ਖਾਨ ਇਸ ਪ੍ਰਕਾਰ ਗੱਲਬਾਤ ਕਰਕੇ ਸੁਣ ਕਰ ਘੋੜੇ ਦੇ ਉੱਪਰ ਸਵਾਰ ਹੋ ਜਾਂਦਾ ਹੈ। ਗਮਨਿਓ ਪੰਥ ਸ਼ੀਘਰਤਾ ਧਾਰ। ਅਤੇ ਬੜੀ ਹੀ ਕਾਹਲੀ ਦੇ ਨਾਲ ਆਪਣੇ ਰਸਤੇ ਤੇ ਚੱਲ ਪੈਂਦਾ ਹੈ। ਗਇਓ ਸ਼ਾਹੋ ਢਿੱਗ ਬੈਠਿਓ ਦੇਖ। ਉਹ ਬਾਦਸ਼ਾਹ ਨੂੰ ਬੈਠਿਆਂ ਵੇਖ ਕਰ ਬਾਦਸ਼ਾਹ ਦੇ ਕੋਲ ਚਲਿਆ ਜਾਂਦਾ ਹੈ। ਕਰੀ ਬੰਦਗੀ ਨਿਮਰ ਬਿਸ਼ੇਖ। ਬਹੁਤ ਹੀ ਨਿਮਰ ਹੋ ਕਰ ਉਸ ਨੇ ਬਾਦਸ਼ਾਹ ਨੂੰ ਨਮਸਕਾਰ ਕੀਤੀ ਹੈ। ਗਇਓ ਸ਼ਾਹ ਗੁਰ ਕੀ ਸਿੱਧ ਸੁਧ ਦੇਹੋ। ਉਸ ਨੂੰ ਬਾਦਸ਼ਾਹ ਨੇ ਪੁੱਛਣਾ ਕੀਤਾ ਹੈ ਕਿ ਤੂੰ ਗੁਰੂ ਜੀ ਦੇ ਕੋਲ ਗਿਆ ਸਾਂ, ਗੁਰੂ ਜੀ ਦੀ ਜਿਹੜੀ ਖਬਰਸਾਰ ਹੈ ਉਹ ਦੱਸ ਦੇਵੋ। ਕਰਿਓ ਕਿ ਨਹਿ ਆਵਨ ਲਖ ਨੇਹੋ। ਉਹਨਾਂ ਨੇ ਮੇਰਾ ਪ੍ਰੇਮ ਜਾਣ ਕੇ ਆਉਣ ਲਈ ਕਹਿਆ ਹੈ ਕਿ ਨਹੀਂ ਕਹਿਆ ਹੈ। ਅਦਕ ਪ੍ਰਤੀਖਨ ਮੈਂ ਨਿਤ ਕਰਤਾ। ਬਾਦਸ਼ਾਹ ਆਖਦਾ ਮੈਂ ਰੋਜ਼ਾਨਾ ਹੀ ਗੁਰੂ ਜੀ ਦੀ ਉਡੀਕ ਕਰ ਰਿਹਾ ਹਾਂ। ਦਰਸ਼ਨ ਦੇਹ ਬਿਗਨ ਗਨ ਹਰਤਾ। ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ ਗੁਰੂ ਜੀ
ਮੈਨੂੰ ਜਲਦੀ ਦਰਸ਼ਨ ਦੇਵਣਾ। ਸੁਨ ਵਜ਼ੀਰ ਖਾਂ ਜੁਗ ਕਰ ਬੰਦ, ਇਹ ਸੁਣ ਕਰ ਵਜ਼ੀਰ ਖਾਨ ਨੇ ਦੋਨੋਂ ਹੱਥ ਜੋੜੇ ਹਨ। ਕਹਿਤ ਸ਼ਾਹ ਸੋ ਦੇਤ ਆਨੰਦ, ਅਤੇ ਬਾਦਸ਼ਾਹ ਨੂੰ ਇਉਂ ਕਹਿੰਦਿਆਂ ਹੋਇਆ ਆਨੰਦ, ਖੁਸ਼ੀ ਜੋ ਹੈ ਉਹ ਬਖਸ਼ਿਸ਼, ਖੁਸ਼ੀ ਜੋ ਹੈ ਉਹ ਦੇਣਾ ਕੀਤੀ ਹੈ। ਸਦਾ ਚਾਹਤ ਹੈ ਕੁਸ਼ਲ ਤੁਮਾਰੇ, ਬਾਦਸ਼ਾਹ ਜੀਓ ਸਤਿਗੁਰੂ ਜੀ ਸਦਾ ਹੀ ਤੁਹਾਡਾ ਕਲਿਆਣ ਚਾਹੁੰਦੇ ਹਨ। ਕਿਰਪਾ ਭਰੇ ਗੁਰਬਾਕ ਉਚਾਰੇ, ਸਤਿਗੁਰੂ ਜੀ ਨੇ ਬੜੇ ਹੀ ਕਿਰਪਾ ਭਰੇ ਜਿਹੜੇ ਬਚਨ ਹਨ ਉਹ ਉਚਾਰਨ ਕੀਤੇ ਹਨ। ਪਰਿਓ ਕਾਜ ਅਬ ਐਸੋ ਆਏ, ਹੁਣ ਇੱਕ ਅਜਿਹਾ ਕੰਮ ਆਣ ਪਿਆ ਹੈ, ਕਰਨੋ ਕਠਨ ਸੋ ਜਾਣਿਓ ਜਾਏ। ਉਸ ਨੂੰ ਕਰਨਾ ਬਹੁਤ ਹੀ ਮੁਸ਼ਕਲ ਜਾਣਿਆ ਜਾਂਦਾ ਹੈ। ਤੁਮਰੇ ਕਹੇ ਬਿਨਾ ਨਹਿ ਤੇ ਹੋਏ, ਬਾਦਸ਼ਾਹ ਜੀ ਤੁਹਾਡੇ ਕਹੇ ਤੋਂ ਬਿਨਾ ਉਹ ਕਾਰਜ ਨਹੀਂ ਹੋ ਸਕਦਾ ਹੈ। ਨਤ ਲਿਆਵਤ ਮੈਂ ਕਰ ਕੈ ਸੋਏ, ਨਹੀਂ ਤਾਂ ਮੈਂ ਉਹ ਕਾਰਜ ਆਪ ਹੀ ਕਰਕੇ ਗੁਰੂ ਜੀ ਨੂੰ ਲੈ ਕਰ ਆਉਂਦਾ ਹਾਂ। ਮਹਿ ਪਾਲਕ ਕੈਦੀ ਸਮੁਦਾਏ, ਸਤਿਗੁਰੂ ਜੀ ਜਿਤਨੇ ਵੀ ਰਾਜੇ ਹਨ ਜਿਹੜੇ ਉਸ ਕਿਲੇ ਦੇ ਵਿੱਚ ਕੈਦੀ ਹਨ, ਪਰੇ ਸ਼ਰਨ ਸਤਿਗੁਰ ਕੀ ਧਾਏ। ਬੜੀ ਹੀ ਸ਼ਰਧਾ ਧਾਰਨ ਕਰਕੇ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਆਨ ਪਏ ਹਨ। ਆਪਣੋ ਬਿਰਦ ਵਿਚਾਰਨ ਕੀਨ, ਗੁਰੂ ਜੀ ਨੇ ਵਿਚਾਰ ਕੀਤਾ ਆਪਣਾ ਜਿਹੜਾ ਫਰਜ਼ ਧਰਮ ਹੈ ਨਾ ਉਸ ਦੀ ਪਾਲਣਾ ਕੀਤੀ ਹੈ। ਨਹੀਂ ਦੁਰਗ ਪਗ ਬਾਹਰ ਦੀਨ, ਤਾਂ ਇਹ ਵਿਚਾਰ ਕਰਨਾ ਕੀਤੀ ਕਿ ਵਿਚਾਰ ਕੇ ਉਹਨਾਂ ਨੇ ਆਪਣੇ ਪੈਰਾਂ ਨੂੰ ਕਿਲੇ ਤੋਂ ਬਾਹਰ ਨਹੀਂ ਜਾਣ ਦਿੱਤਾ ਹੈ। ਜੇ ਕਰ ਇਹ ਸਗਰੇ ਛੁੱਟ ਜਾਏ, ਗੁਰੂ ਜੀ ਫਰਮਾਉਂਦੇ ਹਨ ਕਿ ਜੇਕਰ ਇਹ ਸਾਰੇ ਰਾਜੇ ਛੁੱਟ ਜਾਂਦੇ ਹਨ ਤੋ ਹਮਰੋ ਚਲਬੋ ਬਨ ਆਏ। ਤਾਂ ਹੀ ਸਾਡਾ ਇਸ ਕਿਲੇ ਦੇ ਵਿੱਚੋਂ ਬਾਹਰ ਆਉਣਾ ਬਣਦਾ ਹੈ। ਨਾਹਿ ਤਾਂ ਬੈਠੇ ਹਮ ਇਸ ਥਾਨ, ਨਹੀਂ ਤਾਂ ਅਸੀਂ ਇਸੇ ਹੀ ਥਾਂ ਤੇ ਬੈਠੇ ਹੋਏ ਹਾਂ। ਸਿਮਰਹਿ ਸ੍ਰੀ ਨਾਨਕ ਭਗਵਾਨ, ਤੇ ਪਰਮਾਤਮਾ ਸਵਰੂਪ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸਿਮਰਨ ਕਰਦੇ ਰਹਾਂਗੇ। ਸੁਨਤ ਸ਼ਾਹੋ ਨੇ ਹਿਰਦੇ ਵਿਚਾਰੀ, ਬਾਦਸ਼ਾਹ ਨੇ ਸੁਣ ਕਰ ਮਨ ਦੇ ਵਿੱਚ ਵਿਚਾਰ ਕੀਤੀ ਹੈ। ਕਰੀ ਮੁਹਿੰਮ ਲੱਗਿਓ ਧਨ ਭਾਰੀ, ਮੈਂ ਵੱਡੀ ਮੁਹਿੰਮ ਚੜਾਈ ਸੀ ਬੜਾ ਭਾਰੀ ਧਨ ਲੱਗਿਆ ਸੀ। ਮਰਿਓ ਬ੍ਰਿੰਦ ਲਸ਼ਕਰ ਤਿਸ ਕਾਲ, ਉਸ ਸਮੇਂ ਮੇਰੀ ਬਹੁਤ ਸਾਰੀ ਫੌਜ ਮਾਰੀ ਗਈ ਸੀ। ਤਬ ਪਕਰੇ ਦੁਰਬ੍ਰਿਤ ਮਹਿਪਾਲ, ਤਦ ਹੀ ਜਾਕਰ ਇਹ ਜਿਹੜੇ ਖੋਟੇ ਦਿਲ ਵਾਲੇ ਰਾਜੇ ਸਨ ਇਹ ਗ੍ਰਿਫਤਾਰ ਹੋਏ ਸਨ। ਹੋਏ ਮਵਾਸੀ ਦੇਸ਼ ਬਿਗਾੜ ਰਹੇ, ਹੁਣ ਜੇਕਰ ਇਹ ਬਾਗੀ ਹੋ ਕਰ ਦੇਸ਼ ਦੇ ਵਿੱਚ ਵਿਗਾੜ ਪੈਦਾ ਕਰਦੇ ਹਨ। ਲੂਟ ਕੂਟ ਮਮ ਨਗਰ ਉਜਾੜ ਰਹੇ, ਲੁੱਟ ਮਾਰ ਕਰਕੇ ਫਿਰ ਜਿਹੜੇ ਮੇਰੇ ਨਗਰ ਹਨ ਉਹਨਾਂ ਦਾ ਵੀ ਉਜਾੜਾ ਕਰਦੇ ਸਨ। ਅਨਕ ਜਤਨ ਤੇ ਬਲ ਬਹੁ ਲਾਏ, ਮੈਂ ਅਨੇਕਾਂ ਯਤਨ ਤੇ ਸ਼ਕਤੀ ਲਗਾ ਕਰ ਦੁਸ਼ਟ ਮਹੀਪਤ ਤਬ ਪਕੜਾਏ। ਦੁਸ਼ਟ ਰਾਜੇ ਜਿਹੜੇ ਸਨ ਉਸ ਵੇਲੇ ਕੈਦ ਕੀਤੇ ਸਨ। ਕਿਮ ਸ਼ੋਰਨ ਅਬ ਤਿਨ ਕੋ ਹੋਏ, ਹੁਣ ਇਹਨਾਂ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ। ਦੰਡ ਉਚਿਤ ਅਪਰਾਧੀ ਜੋਏ, ਜੋ ਅਪਰਾਧੀ ਸਜ਼ਾ ਦੇਣ ਦੇ ਯੋਗ ਹਨ। ਨਿਕਸ ਕੈਦ ਤੇ ਪਾਏ ਫਤੂਰ, ਕੈਦ ਦੇ ਵਿੱਚੋਂ ਬਾਹਰ ਨਿਕਲ ਕਰ ਫਿਰ ਵਿਗਨ ਪਾਵਣਗੇ। ਕੇਤਕ ਦੇਸ਼ ਮਿਲਾਵਹਿ ਧੂਰ, ਕਈ ਦੇਸ਼ ਭਾਵ ਇਲਾਕਿਆਂ ਨੂੰ ਮਿੱਟੀ ਦੇ ਵਿੱਚ ਮਿਲਾ ਦੇਵਣਗੇ। ਸੁਨ ਵਜ਼ੀਰ ਖਾਂ ਗਿਦਾ ਉਚਾਰੀ, ਇਹ ਸੁਣ ਕਰ ਵਜ਼ੀਰ ਖਾਨ ਨੇ ਬੋਲ ਉਚਾਰਨ ਕੀਤੇ ਹਨ। ਰਾਵਰ ਕੋ ਪ੍ਰਤਾਪ ਹੈ ਭਾਰੀ, ਬਾਦਸ਼ਾਹ ਜੀ ਆਪ ਜੀ ਦਾ ਬਹੁਤ ਵੱਡਾ ਪ੍ਰਤਾਪ ਹੈ। ਕਰੇ ਜੋਰ ਕੋ ਅਰੈ ਨ ਅੱਗੇ, ਕਈ ਜੋਰ ਜਮਾਈ ਵੀ ਕਰਦੇ ਹਨ ਪਰ ਆਪ ਜੀ ਦੇ ਅੱਗੇ ਕੋਈ ਠਹਿਰ ਨਹੀਂ ਸਕਦਾ ਹੈ। ਸੁਨੈ ਨਾਮ ਤੋ ਦੁਸ਼ਮਨ ਭਾਗੇ, ਆਪ ਜੀ ਦਾ ਨਾਮ ਸੁਣ ਕੇ ਹੀ ਜਿਹੜੇ ਦੁਸ਼ਮਣ ਹਨ
ਉਹ ਭਜ ਜਾਂਦੇ ਹਨ। ਤੁਮ ਤਨ ਕੀ ਕਰ ਖੈਰ ਖੁਦਾਏ, ਤੁਹਾਡੇ ਸਰੀਰ ਦਾ ਖੁਦਾ ਨੇ ਭਲਾ ਕੀਤਾ ਹੈ। ਇਸਕੇ ਸਾਹਮਣੇ ਵਸਤੂ ਕਾਏ, ਇਹ ਸਰੀਰ ਦੇ ਬਰਾਬਰ ਹੋਰ ਕੋਈ ਵਸਤੂ ਨਹੀਂ ਹੈ। ਜੀਵਨ ਲਗ ਹੈ ਸਕਲ ਸਮਾਜ, ਤੁਹਾਡਾ ਇਹ ਜੀਵਨ ਅਤੇ ਸਭ ਜੋ ਸਾਜੋ ਸਮਾਨ ਹਨ। ਦੇਸ਼ ਕੋਸ਼ ਸੈਨਾ ਸਭ ਰਾਜ, ਦੇਸ਼ ਖਜ਼ਾਨੇ ਸੈਨਾ ਸਮੁੱਚੇ ਰਾਜ ਦੇ ਨਾਲ ਜੁੜਿਆ ਹੋਇਆ ਹੈ। ਨਿਜ ਸਰੀਰ ਕੀ ਕੁਸ਼ਲ ਵਿਚਾਰੋ, ਸੋ ਤੁਸੀਂ ਆਪਣੇ ਸਰੀਰ ਦੀ ਜਿਹੜੀ ਸੁਖ ਸ਼ਾਂਤ ਹੈ ਨਾ, ਉਸ ਦੀ ਵਿਚਾਰ ਕਰੋ। ਅਪਰਨ ਹਿਰਦੇ ਕਛੂ ਤੁਮ ਧਾਰੋ, ਹਿਰਦੇ ਦੇ ਵਿੱਚ ਹੋਰ ਕਿਸੇ ਦੂਸਰੀ ਵਿਚਾਰ ਨੂੰ ਨਾ ਧਾਰਨ ਕਰੋ। ਨਰ ਤਨ ਦੁਰਲਭ ਪੁੰਨ ਅਸ ਹੋਨ, ਫਿਰ ਇਸ ਤਰ੍ਹਾਂ ਦਾ ਦੁਰਲਭ ਮਨੁੱਖਾ ਸਰੀਰ ਪ੍ਰਾਪਤ ਨਹੀਂ ਹੋਵੇਗਾ। ਜਹਾਂ ਪਨਾਹ ਸਕਲ ਸੁਖ ਭਉਨ, ਇਹ ਬਾਦਸ਼ਾਹ ਜੀ ਸਾਰੇ ਸੁੱਖਾਂ ਦੇ ਘਰ ਹੋ। ਇਹ ਫਰੇਬ ਸਭ ਚੰਦੂ ਕਰੇ, ਬਾਦਸ਼ਾਹ ਜੀ ਅਸਲ ਦੇ ਵਿੱਚ ਜਿਹੜਾ ਛਲ ਕਪਟ ਹੈ ਨਾ, ਸਾਰੇ ਦਾ ਸਾਰਾ ਚੰਦੂ ਦੀਵਾਨ ਨਹੀਂ ਕੀਤਾ ਹੈ। ਦੁਰਗ ਜੋ ਅਸ ਮੈਂ ਸਤਿਗੁਰ ਬਰੇ, ਜੋ ਇਸ ਤਰ੍ਹਾਂ ਕਿਲੇ ਦੇ ਵਿੱਚ ਗੁਰੂ ਜੀ ਪ੍ਰਵੇਸ਼ ਹੋਏ ਹਨ। ਅਬ ਤੋ ਕਰਨ ਬਨਤ ਹੈ ਤੈਸੇ, ਹੁਣ ਤਾਂ ਜਿਵੇਂ ਸਤਿਗੁਰੂ ਜੀ ਫਰਮਾਉਂਦੇ ਉਵੇਂ ਹੀ ਕਰਨਾ ਬਣਦਾ ਹੈ। ਸ਼੍ਰੀ ਹਰਿ ਗੋਬਿੰਦ ਉਚਰੈ ਜੈਸੇ, ਜਿਵੇਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਉਚਾਰਨ ਕਰਦੇ ਹਨ। ਗੁਰ ਪ੍ਰਤਕੂਲ ਆਪ ਜਬ ਹੋਵੋ, ਜਦੋਂ ਆਪ ਗੁਰੂ ਜੀ ਦੇ ਉਲਟ ਹੋਵੋਗੇ, ਤਰਾਸ ਵਿਸਾਲ ਨਿਸਾ ਮਹਿ ਜੋਵੋ, ਤਾਂ ਰਾਤ ਦੇ ਵਿੱਚ ਵੱਡਾ ਡਰ ਵੇਖੋਗੇ। ਕਰੋ ਆਪ ਜੈਸੇ ਮਨ ਭਾਵੈ, ਸੋ ਤੁਸੀਂ ਉਸੇ ਤਰ੍ਹਾਂ ਹੀ ਕਰੋ ਜਿਸ ਤਰ੍ਹਾਂ ਮਨ ਨੂੰ ਚੰਗਾ ਲੱਗਦਾ ਹੈ। ਜਿਸ ਤੇ ਸੁਖ ਤੁਮਰੋ ਤਨ ਪਾਵੈ, ਜਿਸ ਨਾਲ ਤੁਹਾਡਾ ਸਰੀਰ ਸੁਖ ਪ੍ਰਾਪਤ ਕਰਦਾ ਹੋਵੇ। ਮਸਲਤ ਨਹੀਂ ਅਪਰ ਕੀ ਲੀਜਹਿ, ਹੋਰ ਕਿਸੇ ਦੀ ਆਪ ਸਲਾਹ ਨਾ ਲਵੋ। ਜਾਨ ਸ਼ੁਭਾ ਸ਼ੁਭ ਆਪਹਿ ਕੀਜਹਿ, ਚੰਗਾ ਮਾੜਾ ਜਾਣ ਕੇ ਆਪਣੀ ਮਰਜ਼ੀ ਅਨੁਸਾਰ ਕਾਰਜ ਕਰੋ। ਹਮ ਤੋ ਚਾਹਤ ਕੁਸ਼ਲ ਤੁਮਾਰੀ, ਅਸੀਂ ਤਾਂ ਬਾਦਸ਼ਾਹ ਜੀ ਤੁਹਾਡੀ ਸਿਹਤ ਜਾਵਤਾ ਖੁਸ਼ੀ ਚਾਹੁੰਦੇ ਹਾਂ। ਕਾਇਆ ਰਹਿ ਸਦੀਵ ਸੁਖਾਰੀ, ਕਿ ਤੁਹਾਡਾ ਸਰੀਰ ਸਦਾ ਹੀ ਸੁਖੀ ਰਹੇ। ਸੁਨ ਵਜੀਰ ਖਾਂ ਕੇ ਬਾਦਸ਼ਾਹੂ, ਬਾਦਸ਼ਾਹ ਨੇ ਵਜ਼ੀਰ ਖਾਨ ਦੇ ਬਚਨ ਸੁਨੇ ਹਨ। ਗਿਣਤੀ ਅਨਕ ਗਿਣਤ ਮਨ ਮਾਹੂ, ਅਤੇ ਹੋਰ ਕਈ ਪ੍ਰਕਾਰ ਦੀਆਂ ਵਿਚਾਰਾਂ ਮਨ ਦੇ ਵਿੱਚ ਕੀਤੀਆਂ ਹਨ। ਕਹਿਓ ਜੇ ਕੈਦ ਵਿਖੈ ਮਹਿਪਾਲਾ, ਕਹਿਣ ਲੱਗੇ ਕਿ ਜੋ ਰਾਜੇ ਕੈਦ ਦੇ ਵਿੱਚ ਹਨ, ਛੋੜਨ ਕੋ ਜੇ ਕਹੋ ਇਹ ਕਾਲਾ, ਜੇ ਮੈਂ ਉਹਨਾਂ ਨੂੰ ਇਸੇ ਸਮੇਂ ਛੱਡਣ ਲਈ ਹੁਕਮ ਦਿੰਦਾ ਹਾਂ, ਦੇ ਕਰ ਦੰਡ ਸਕਲ ਛੁੱਟ ਜਾਵੋ, ਜੇਕਰ ਇਹ ਸਾਰੇ ਜੁਰਮਾਨਾ ਦੇ ਕਰ ਰਿਹਾ ਹੋ ਜਾਵਣ, ਨਹਿ ਆਗੇ ਪੁਨਰਾਰ ਉਠਾਵੋ, ਤੇ ਅੱਗੇ ਵਾਸਤੇ ਕੋਈ ਝਗੜਾ ਨਾ ਕਰਨਾ ਹੈ। ਦਰਬ ਕਰੋੜਨ ਲਗ ਇਹ ਦੇਵੈ, ਕਰੋੜਾਂ ਰੁਪਏ ਤੱਕ ਧਨ ਦੇਵਨ ਹੈ। ਨਹਿ ਆਗੇ ਅਪਰਾਧ ਕਰੇਵੈ, ਅੱਗੇ ਤੋਂ ਇਹ ਕੋਈ ਵੀ ਅਪਰਾਧ ਆਦਿਕ ਨਾ ਕਰਨਾ ਹੈ। ਇਮ ਕਰਬੇ ਮੈਂ ਵੱਡ ਨੁਕਸਾਨੇ, ਵੈਸੇ ਤਾਂ ਅਜਿਹਾ ਕਰਨ ਦੇ ਵਿੱਚ ਵੀ ਵੱਡਾ ਨੁਕਸਾਨ ਹੈ। ਬਹੁਤ ਧਨ ਖਰਚ ਪਕੜ ਨ੍ਰਿਪ ਆਨੇ, ਕਿਉਂਕਿ ਬਹੁਤ ਸਾਰਾ ਧਨ ਖਰਚ ਕੇ ਇਹ ਰਾਜੇ ਕੈਦ ਕਰਕੇ ਲਿਆਂਦੇ ਸਨ। ਸ਼੍ਰੀ ਹਰਿ ਗੋਬਿੰਦ ਤਹ ਜੇ ਪਠਾਏ, ਜੇਕਰ ਸ੍ਰੀ ਗੁਰੂ ਹਰਗੋਬਿੰਦ ਜੀ ਉਥੇ ਭੇਜੇ ਗਏ ਹਨ, ਸੋਹ ਦੀਨ ਦੁਖੀ ਕਿਗਿਆਏ, ਤਾਂ ਉਹ ਦੁਖੀ ਹੋ ਕੇ ਗੁਰੂ ਜੀ ਦੇ ਅੱਗੇ ਦੀਨਤਾ ਸਹਿਤ ਲਿਲੜੀਆਂ ਕੱਢਣ ਲੱਗ ਪਏ ਹਨ। ਕਰੀ ਕਿਰਪਾ ਤਿਨ ਪਰ ਹੱਠ ਧਾਰਾ, ਜਿਤ ਧਾਰਨ ਕਰਨ ਤੇ ਗੁਰੂ ਜੀ ਨੇ ਉਹਨਾਂ ਦੇ ਉੱਪਰ ਕਿਰਪਾ ਧਾਰਨ ਕੀਤੀ ਹੈ। ਸੰਗ ਨਿਕਾਸਨ ਬਾਕ ਉਚਾਰਾ, ਤੇ ਆਪਣੇ ਨਾਲ ਬਾਹਰ ਕੱਢਣ ਲਈ ਸਤਿਗੁਰੂ ਜੀ ਨੇ ਬਚਨ ਉਚਾਰਨ ਕੀਤੇ ਹਨ। ਬਿਨ ਛੋਡੇ ਅਬ ਨਹਿ ਬਨ ਆਵੈ, ਇਹਨਾਂ ਨੂੰ ਛੱਡੇ ਤੋਂ ਬਿਨਾ
ਕਾਰਜ ਨਹੀਂ ਬਣ ਆਉਂਦਾ ਹੈ। ਗੁਰ ਪ੍ਰਤਕੂਲ ਤਰਾਸ ਉਪਜਾਵੈ। ਗੁਰੂ ਜੀ ਦੇ ਅਨੁਸਾਰ ਨਾ ਚੱਲਣ ਵਾਲੀ ਵਿਚਾਰ ਦੁੱਖ ਪੈਦਾ ਕਰਦੀ ਹੈ। ਨਹਿ ਭੇਜਤ ਜੇ ਗੁਰ ਕੋ ਤਹਿਵਾ। ਵਿਚਾਰ ਕਰਦਾ ਹੈ ਵਜ਼ੀਰ ਖਾਨ ਦੇ ਨਾਲ ਬਾਦਸ਼ਾਹ ਕਿ ਜੇਕਰ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਨਾ ਹੀ ਭੇਜਦੇ ਮਹਿਪਾਲਕ ਤਬ ਮਿਲਤੇ ਕਹਿਵਾ। ਉਹ ਰਾਜੇ ਗੁਰੂ ਜੀ ਨੂੰ ਕਿਸ ਪ੍ਰਕਾਰ ਮਿਲਦੇ ਚੰਦੂ ਮਸਲਤ ਦਈ ਪਠਾਏ। ਚੰਦੂ ਨੇ ਸਲਾਹ ਦਿੱਤੀ ਤਾਂ ਹੀ ਗੁਰੂ ਜੀ ਨੂੰ ਉਥੇ ਭੇਜਿਆ ਗਿਆ ਹੈ। ਜੇ ਤੇ ਅਸ ਕੋ ਪੇਚ ਉਪਜਾਏ। ਜਿਸ ਕਰਕੇ ਅਜਹੀ ਜਿਹੜੀ ਉਲਝਣ ਭਰੀ ਜਿਹੜੀ ਸਥਿਤੀ ਹੈ ਉਹ ਪੈਦਾ ਹੋ ਗਈ ਹੈ। ਜਹਾਂ ਕਹਾਂ ਕੀਨਸ ਖੁਟਿਆਈ। ਇਸ ਚੰਦੂ ਨੇ ਜਿੱਥੇ ਕਿਥੇ ਬੁਰਿਆਈ ਖੁਟਿਆਈ ਹੀ ਕੀਤੀ ਹੈ। ਅਬ ਇਹ ਪਾਪੀ ਉਚਿਤ ਸਜਾਈ। ਹੁਣ ਇਹ ਜਿਹੜਾ ਪਾਪੀ ਚੰਦੂ ਹੈ ਨਾ ਇਹ ਜੋਗ ਸਜ਼ਾ ਦਾ ਭਾਗੀ ਹੱਕਦਾਰ ਹੈ। ਇਤਿਆਦਿਕ ਕਹਿ ਸੋਚਤ ਸ਼ਾਹੂ। ਬਾਦਸ਼ਾਹ ਇਸ ਪ੍ਰਕਾਰ ਕਹਿ ਕੇ ਸੋਚਣ ਲੱਗਦਾ ਹੈ। ਜਾਣੈ ਕਠਨ ਦੋਨ ਦੇਸ਼ ਮਾਹੂ। ਉਹ ਜਾਣਦਾ ਸੀ ਕਿ ਦੋਨੋਂ ਹੀ ਪਾਸੇ ਜੇਕਰ ਰਾਜਿਆਂ ਨੂੰ ਛੱਡ ਦਿੰਦਾ ਤਾਂ ਵੀ ਮੁਸ਼ਕਲ, ਜੇਕਰ ਨਹੀਂ ਛੱਡਦਾ ਤਾਂ ਵੀ ਮੁਸ਼ਕਲ। ਭਾਵ ਦੋਨੋਂ ਹੀ ਜਿਹੜੇ ਪਾਸੇ ਹਨ ਉਹਨਾਂ ਦੇ ਵਿੱਚ ਫਿਰ ਮੁਸ਼ਕਲਾਂ ਹੀ ਮੁਸ਼ਕਲਾਂ ਹਨ। ਦੋਨੋਂ ਪਾਸੇ ਕੋਈ ਸੁਚੱਜਾ ਕਾਰਜ ਨਹੀਂ ਹੈ। ਛੋੜੈ ਨਿਰਪਤੋ ਲਖੈ ਕੁਨੀਤ। ਜੇਕਰ ਮੈਂ ਰਾਜਿਆਂ ਨੂੰ ਰਿਹਾ ਕਰ ਦਿੰਦਾ ਹਾਂ ਤਾਂ ਇਹ ਫਿਰ ਗਲਤ ਰਾਜਨੀਤੀ ਹੋਵੇਗੀ। ਬਿਨ ਛੋਡੇ ਹੋਏ ਨਿਸ ਭੈ ਭੀਤ। ਦੂਸਰਾ ਇਹਨਾਂ ਨੂੰ ਛੱਡੇ ਬਿਨਾ ਮੇਰੀ ਜਿਹੜੀ ਰਾਤ ਹੈ ਇਹ ਡਰਾਵਣੀ ਹੋ ਜਾਵੇਗੀ। ਪੁਨ ਵਜ਼ੀਰ ਖਾਂ ਜੁਗ ਕਰ ਜੋਰੇ। ਵਜ਼ੀਰ ਖਾਨ ਨੇ ਫਿਰ ਦੋਨੋਂ ਹੱਥ ਜੋੜ ਕੇ ਆਖਿਆ ਹੈ ਦੇਖੋ ਆਪ ਨਿਜ ਤਨ ਕੀ ਓਰੇ। ਬਾਦਸ਼ਾਹ ਜੀ ਆਪ ਆਪਣੇ ਸਰੀਰ ਵੱਲ ਵੇਖਣਾ ਕਰੋ। ਰਹੇ ਸਲਾਮਤ ਸਭ ਇਹ ਅੱਛੇ। ਬਸ ਆਪ ਜੀ ਦਾ ਸਰੀਰ ਸਲਾਮਤ ਰਹੇ ਇਹੋ ਹੀ ਸਭ ਤੋਂ ਚੰਗਾ ਕਾਰਜ ਹੈ। ਕਾਜ ਨ ਆਏ ਕਿਸੀ ਤਨ ਪਾਛੇ। ਹੋਰ ਇਹ ਸਰੀਰ ਤੋਂ ਬਾਅਦ ਹੋਰ ਕਾਰਜ ਕਿਸੇ ਵੀ ਕੰਮ ਨਹੀਂ ਆਉਣਾ ਹੈ। ਜੀਵਨ ਲਗ ਸਗਰੋ ਵਿਵਹਾਰ। ਜੀਵਨ ਨਾਲ ਹੀ ਸਾਰਾ ਕਾਰ ਵਿਹਾਰ ਜੁੜਿਆ ਹੋਇਆ ਹੈ। ਸੁਖਦਾਇਕ ਪ੍ਰਾਨੀ ਨਿਰਧਾਰ। ਸੁਖੀ ਮਨੁੱਖ ਹੀ ਚੰਗੀ ਤਰ੍ਹਾਂ ਨਿਰਣਾ ਕਰ ਸਕਦਾ ਹੈ। ਜੋ ਅਵਸ਼ ਬਨਤ ਹੈ ਕਰਨੀ। ਜੋ ਸਭ ਤੋਂ ਸੁਚੱਜਾ ਕਾਰਜ ਕਰਨਾ ਜ਼ਰੂਰੀ ਬਣਦਾ ਹੈ। ਨੈ ਸੋਚੈ ਤਿਹ ਬਿਦ ਜਨ ਬਰਨੀ। ਨਹੀਂ ਸੋਚਣਾ ਚਾਹੀਦਾ ਉਸ ਬਾਰੇ, ਉਹ ਵਿਚਾਰ ਜ਼ਿਆਦਾ ਨਹੀਂ ਕਰਨੀ ਚਾਹੀਦੀ। ਗਿਆਨਵਾਨ ਮਨੁੱਖ ਆਖਦੇ ਹਨ ਕਿ ਭਾਈ ਜਿਹੜਾ ਕਾਰਜ ਸਭ ਤੋਂ ਚੰਗਾ ਹੋਵੇ ਨਾ ਉਸ ਤੇ ਜ਼ਿਆਦਾ ਸੋਚ ਵਿਚਾਰ ਨਾ ਕੀਤੀ ਜਾਵੇ। ਰਾਵਰ ਕੇ ਸਰੀਰ ਪਰ ਸਾਰੇ। ਸਾਰੇ ਆਪ ਜੀ ਦੇ ਸਰੀਰ ਦੇ ਉੱਪਰ ਧਨ ਕੋਟਨ ਲਗ ਡਾਰੈ ਵਾਰੇ। ਕਰੋੜਾਂ ਰੁਪਏ ਤੱਕ ਧਨ ਵਾਰ ਕੇ ਸੁੱਟਦੇ ਹਨ। ਜਥਾ ਆਨੰਦ ਆਪ ਤੁਮ ਰਹੋ। ਗਿਆਨਵਾਨ ਕਵੀ ਜੀ ਲਿਖਦੇ ਕਿ ਜਿਸ ਪ੍ਰਕਾਰ ਤੁਸੀਂ ਆਪਣੇ ਆਨੰਦ ਅਵਸਥਾ ਦੇ ਵਿੱਚ ਬਣੇ ਰਹਿ ਸਕਦੇ ਹੋ ਸੋ ਨਿਚਿੰਤ ਹੋਏ ਤੂਰਨ ਕਹੋ। ਸੋ ਜਿਹੜਾ ਉਹ ਕਾਰਜ ਹੈ ਨਾ ਤੁਸੀਂ ਨਿਚਿੰਤ ਹੋ ਕਰ ਕਰੋ ਤੇ ਉਹ ਹੁਕਮ ਛੇਤੀ ਹੀ ਦੇ ਦੇਵੋ। ਜਿਸ ਕਾਰਜ ਮੈਂ ਗੁਰ ਹੋਇ ਠਾਂਡੇ। ਜਿਸ ਕਾਰਜ ਦੇ ਵਿੱਚ ਗੁਰੂ ਜੀ ਆਪ ਖੜੇ ਆ ਹੋਏ ਹਨ ਸੋ ਆਛੋ ਹੋਏ ਨਿਤ ਸੁਖ ਬਾਡੇ। ਉਹ ਚੰਗਾ ਹੋਵੇਗਾ ਤੇ ਸਦਾ ਆਪ ਜੀ ਦੇ ਸੁਖ ਦੇ ਵਿੱਚ ਵਾਧਾ ਹੋਵੇਗਾ। ਰਹਿ ਹੈ ਨਿਰਪਤ ਸਗਰੇ ਅਨੁਸਾਰੀ। ਸਾਰੇ ਰਾਜੇ ਆਪ ਜੀ ਦੇ ਅਨੁਸਾਰ ਹੀ ਰਹਿਣਗੇ। ਜਿਮ ਗੁਰ ਕਹੈ ਕਰੈ ਤਿਮ ਕਾਰੀ। ਜਿਵੇਂ ਗੁਰੂ ਜੀ ਉਹਨਾਂ ਨੂੰ ਕਹਿਣਗੇ ਤਿਵੇਂ ਹੀ ਚੰਗਾ ਕਾਰ ਵਿਹਾਰ ਕਰਦੇ ਹੋਵਣਗੇ। ਆਪਣੇ ਕਾਰਜ ਕਹਿ ਸੁਧਰਾਵੋ। ਤੁਸੀਂ ਆਖ ਕੇ ਆਪਣੇ ਸਾਰੇ ਕਾਰਜ ਠੀਕ ਕਰਵਾਵੋ। ਕਰਹਿ ਚੱਕਰੀ ਜਹਾਂ ਪਠਾਵੋ। ਸਾਰੇ ਹੀ ਜਿੱਥੇ ਭੇਜੋਗੇ ਉੱਥੇ ਜਾਵਣਗੇ ਤੇ ਆਪ ਜੀ ਦੀ ਸੇਵਕੀ ਨੌਕਰੀ ਕਰਨਗੇ। ਭਈ ਸਜਾਏ ਤਿਨੋਂ ਕੋ ਭਾਰੀ। ਕਿਉਂਕਿ ਇਹਨਾਂ ਨੂੰ ਬੜੀ ਹੀ ਭੈੜੀ ਸਜ਼ਾ ਹੋਈ ਹੈ। ਪਰੇ ਰਹੇ ਦੁਖ ਕੈਦ ਮਝਾਰੀ।
ਵਿਚਾਰੀ। ਕੈਦ ਦੇ ਵਿੱਚ ਦੁਖੀ ਹੋਏ ਪਏ ਰਹੇ ਹਨ। ਛੁਟेंगे ਗੁਰ ਕੇ ਉਪਕਾਰਾ। ਇਹ ਗੁਰੂ ਜੀ ਦੇ ਉਪਕਾਰ ਸਦਕਾ ਹੀ ਰਿਹਾ ਹੋ ਰਹੇ ਹਨ। ਸੁਨਤ ਸ਼ਾਹ ਪੁਨ ਹਿਰਦੇ ਵਿਚਾਰਾ। ਇਹ ਸੁਣ ਕਰ ਜਿਹੜਾ ਬਾਦਸ਼ਾਹ ਹੈ ਉਹ ਮੁੜ ਆਪਣੇ ਮਨ ਦੇ ਵਿੱਚ ਇਸ ਪ੍ਰਤੀ ਕਿ ਕਾਰਜ ਕਿਵੇਂ ਹੋਵੇ ਵਿਚਾਰਾਂ ਕਰਦਾ ਪਿਆ ਹੈ। ਦੋਹਰਾ ਹਿਰਦੇ ਵਿਚਾਰਤ ਸੁਮਤ ਤੇ ਜਹਾਂਗੀਰ ਪਾਤਸ਼ਾਹ। ਬਾਦਸ਼ਾਹ ਜਹਾਂਗੀਰ ਨੇ ਸਿਆਣਪ ਦੇ ਨਾਲ ਮਨ ਦੇ ਵਿੱਚ ਵਿਚਾਰਾਂ ਕੀਤੀਆਂ ਹਨ। ਲੈ ਨਿਕਸੈ ਗੁਰ ਨਿਰਪ ਕਿਤਕ ਰਹਿ ਅਪਰ ਗੱਡ ਮਾਹੋ। ਕਿ ਗੁਰੂ ਜੀ ਕਿਲੇ ਦੇ ਵਿੱਚੋਂ ਕੁਝ ਕੁ ਕੈਦੀ ਰਾਜਿਆਂ ਨੂੰ ਕੱਢ ਕੇ ਲੈ ਜਾਵਨ ਤੇ ਬਾਕੀ ਜਿਹੜੇ ਦੂਸਰੇ ਹਨ ਉਹ ਤਾਂ ਕਿਲੇ ਦੇ ਵਿੱਚ ਹੀ ਰਹਿਣਗੇ। ਚੌਪਈ ਚਿਤਵਤ ਜਤਨ ਸ਼ਾਹ ਮਨ ਮਾਹੂ। ਬਾਦਸ਼ਾਹ ਮਨ ਦੇ ਵਿੱਚ ਇਸ ਤਰ੍ਹਾਂ ਦਾ ਯਤਨ ਕਰਦਾ ਹੋਇਆ ਸੋਚ ਰਿਹਾ ਸੀ ਹੋਏ ਅਗਵਨ ਗੁਰੂ ਮਮ ਪਾਹੂ। ਕਿ ਹੁਣ ਗੁਰੂ ਜੀ ਦਾ ਮੇਰੇ ਨਾਲ ਮੇਰੇ ਕੋਲ ਆਉਣਾ ਹੋਵੇਗਾ। ਦਰਸੋਂ ਤਰਾਸ ਨਿਸੰਸੈ ਨਾਸੋਂ। ਮੈਂ ਗੁਰੂ ਜੀ ਦੇ ਦਰਸ਼ਨ ਕਰਾਂਗਾ ਤੇ ਬਿਨਾਂ ਸ਼ੱਕ ਡਰ ਦੂਰ ਕਰ ਲਵਾਂਗਾ। ਨਿਸਾ ਬਿਖੈ ਸੁਖ ਪਾਏ ਹੁਲਾਸੋਂ। ਅਤੇ ਰਾਤ ਦੇ ਵਿੱਚ ਮੈਂ ਸੁਖ ਦੀ ਨੀਂਦ ਪਾ ਕੇ ਆਨੰਦ ਮਾਣਾਂਗਾ। ਕਿਤਕ ਕਾਲ ਮੈਂ ਜੁਗਤ ਬਖਾਨੀ। ਗੁਰੂ ਪਾਤਸ਼ਾਹ ਮਹਾਰਾਜ ਜੀ ਜੋ ਹਨ ਬਾਦਸ਼ਾਹ ਵੀ ਇਸੇ ਪ੍ਰਕਾਰ ਵਿਚਾਰਾਂ ਕਰਦਾ ਹੈ ਤੇ ਵਜ਼ੀਰ ਖਾਨ ਵੀ ਸੋਚਦਾ ਪਿਆ ਕਿ ਇਹ ਜਿਹੜਾ ਕਾਰਜ ਹੈ ਇਹ ਕਿਵੇਂ ਹੋ ਸਕਦਾ ਹੋਵੇ, ਤਾਂ ਕਿਹੜਾ ਤਰੀਕਾ ਜਾਂ ਤਰਕੀਬ ਜਿਹੜੀ ਅਪਣਾਉਣ ਯੋਗ ਹੈ। ਸੁਨੋ ਵਜ਼ੀਰ ਖਾਨ ਹਿਤ ਠਾਨੀ। ਬਾਦਸ਼ਾਹ ਨੇ ਕੁਝ ਸਮੇਂ ਦੇ ਵਿੱਚ ਵਜ਼ੀਰ ਖਾਨ ਨੂੰ ਇਹ ਆਖਿਆ ਹੈ, ਕਰੋ ਬੰਦਗੀ ਗੁਰੂ ਅਗਾਰੀ। ਪ੍ਰੇਮ ਸਹਿਤ ਆਖਣ ਉਪਰੰਤ ਬਾਦਸ਼ਾਹ ਨੇ ਆਖਿਆ ਕਿ ਗੁਰੂ ਜੀ ਦੇ ਅੱਗੇ ਮੇਰੀ ਨਮਸਕਾਰ ਕਰਨੀ ਹੈ। ਦੇਹ ਦਰਸ਼ਨ ਕੋ ਕਰੁਣਾ ਧਾਰੀ। ਜਾ ਕਰ ਆਖਣਾ ਕਿ हे ਸਤਿਗੁਰੂ ਜੀ ਕਿਰਪਾ ਧਾਰ ਕੇ ਦਰਸ਼ਨ ਦੇਵੋ। ਜੇਤਕ ਤੁਮਰੇ ਦਾਮਨ ਸਾਥ। ਸਤਿਗੁਰੂ ਜੀ ਜਿੰਨੇ ਵੀ ਕੈਦੀ ਰਾਜੇ ਤੁਹਾਡੇ ਪੱਲੇ ਨੂੰ ਫੜ ਲੈਂਦੇ ਹਨ, ਗਹਿਨ ਕਰਹਿ ਆਨੋ ਨਰ ਨਾਥ। ਸੁਆਮੀ ਜੀ ਉਹਨਾਂ ਨੂੰ ਆਪਣੇ ਨਾਲ ਲੈ ਆਵੋ। ਤਿਨ ਪਰ ਸਫਲੈ ਕਿਰਪਾ ਤੁਮਾਰੀ। ਉਹਨਾਂ ਦੇ ਉੱਪਰ ਜਿਸ ਦੇ ਫਲ ਸਰੂਪ ਉਹਨਾਂ ਦੇ ਉੱਪਰ ਤੁਹਾਡੀ ਕਿਰਪਾ ਹੋ ਜਾਵੇਗੀ। ਪ੍ਰਾਨ ਦਾਨ ਦੀਨਸ ਉਪਕਾਰੀ। ਤੇ ਉਹਨਾਂ ਨੂੰ ਤੁਸੀਂ ਉਪਕਾਰ ਕਰਕੇ ਜੀਵਨ ਦਾਨ ਦੇਵੋਗੇ। ਗੁਰ ਪ੍ਰਸੰਨ ਹੋਏ ਕਰ ਚੱਲ ਆਏ। ਗੁਰੂ ਜੀ ਫਿਰ ਪ੍ਰਸੰਨ ਹੋ ਕਰ ਚੱਲ ਆਵਣਗੇ। ਕਹੋ ਤਥਾ ਸ਼ੁਭ ਮਤ ਉਪਜਾਏ। ਸ਼ੁਭ ਮਤ ਪ੍ਰਗਟ ਕਰਕੇ ਸਿਆਣਪ ਦੇ ਨਾਲ ਗੁਰੂ ਜੀ ਨੂੰ ਇਹ ਬੇਨਤੀ ਕਰਨੀ ਹੈ। ਪਹੁੰਚੋ ਜਾਏ ਨਹੀਂ ਬਿਦਤਾਵੋ। ਤੁਸੀਂ ਉੱਥੇ ਪਹੁੰਚ ਜਾਵੋ ਤੇ ਕਿਸੇ ਕੋਲ ਇਹ ਗੱਲ ਪ੍ਰਗਟ ਨਹੀਂ ਕਰਨੀ ਹੈ। ਕੁਛ ਨ੍ਰਿਪ ਸੰਗ ਗੁਰੂ ਨਿਕਸਾਵੋ। ਗੁਰੂ ਜੀ ਨੂੰ ਕੁਝ ਕੋ ਰਾਜੇ ਨਾਲ ਬਾਹਰ ਲੈ ਆਵੋ। ਤੁਰਤ ਚੜਾਏ ਇਹਾਂ ਲੈ ਆਵੋ। ਤੇ ਤੁਰੰਤ ਹੀ ਉਹਨਾਂ ਨੂੰ ਅਸਵਾਰ ਕਰਕੇ ਇੱਥੇ ਲੈ ਆਵੋ। ਸਨਮਾਨਤ ਆਨੰਦ ਉਪਜਾਵੋ। ਆਨੰਦ ਪੈਦਾ ਕਰਕੇ ਸਨਮਾਨ ਕਰਦੇ ਹੋਏ ਉਹਨਾਂ ਦੇ ਹਿਰਦੇ ਦੇ ਵਿੱਚ ਆਨੰਦ ਪੈਦਾ ਕਰੋ। ਸੁਨ ਵਜ਼ੀਰ ਖਾਂ ਕਰੀ ਸਲਾਮ। ਵਜ਼ੀਰ ਖਾਨ ਨੇ ਇਹ ਸੁਣ ਕਰ ਬਾਦਸ਼ਾਹ ਨੂੰ ਸਲਾਮ ਕੀਤੀ ਹੈ। ਚੜ ਕਰ ਚੱਲਿਓ ਤੁਰੰਗ ਅਬਿਰਾਮ। ਅਤੇ ਉਹ ਸੁੰਦਰ ਘੋੜੇ ਦੇ ਉੱਪਰ ਸਵਾਰ ਹੋ ਕਰ ਚੱਲ ਪੈਂਦਾ ਹੈ। ਤੁਰਨ ਗਮਨਿਓ ਪਹੁੰਚੋ ਜਾਈ। ਉਹ ਛੇਤੀ ਹੀ ਚੱਲਦਾ ਹੋਇਆ ਗਵਾਲੀਅਰ ਦੇ ਕਿਲੇ ਦੇ ਵਿੱਚ ਪਹੁੰਚ ਜਾਂਦਾ ਹੈ। ਉਤਰਿਓ ਵਹਿਰ ਦੁਰਗ ਅਗਵਾਈ। ਅਤੇ ਕਿਲੇ ਦੇ ਬਾਹਰ ਜਾ ਕਰ ਉਸਨੇ ਉਤਾਰਾ ਕੀਤਾ ਹੈ। ਜਲ ਸੋ ਕਰ ਪਦ ਬਦਨ ਪਖਾਰੇ। ਕਵੀ ਜੀ ਲਿਖਦੇ ਕਿ ਉਸਨੇ ਪਾਣੀ ਦੇ ਨਾਲ ਆਪਣਾ ਮੂੰਹ ਹੱਥ ਤੇ ਪੈਰ ਆਦਿਕ ਧੋਤੇ ਹਨ। ਭਇਓ ਪਨੀਤ ਸੋ ਬਸਤਰ ਸੁਧਾਰੇ। ਉਹ ਆਪਣੇ ਕੱਪੜੇ ਸਾਫ਼ ਕਰਕੇ
ਕੇ ਪਵਿੱਤਰ ਹੋ ਜਾਂਦਾ ਹੈ। ਗਇਓ ਨੰਬਰ ਹੋਏ ਗੁਰ ਅਗਵਾਈ, ਵਜ਼ੀਰ ਖਾਨ ਨਿਮਰ ਹੋ ਕਰ ਸਤਿਗੁਰੂ ਜੀ ਦੇ ਸਨਮੁਖ ਪਹੁੰਚ ਜਾਂਦਾ ਹੈ। ਕਰ ਜੋਰਤ ਪੱਗ ਪਰਸੇ ਜਾਈ, ਉਸ ਨੇ ਹੱਥ ਜੋੜ ਜਾ ਕਰ ਗੁਰੂ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ ਹੈ। ਉਠੋ ਗਰੀਬ ਨਿਵਾਜ ਕਿਰਪਾਲਾ, ਤੇ ਆਖਿਆ ਕਿ ਹੀ ਗਰੀਬ ਨਿਵਾਸ ਕਿਰਪਾਲੂ ਸਤਿਗੁਰੂ ਜੀ ਉਠਣਾ ਕਰੋ। ਲੇਹੋ ਸੰਗ ਕੈਦੀ ਮਹਿਪਾਲਾ, ਤੇ ਆਪਣੇ ਨਾਲ ਜਿਹੜੇ ਕੈਦੀ ਰਾਜੇ ਹਨ ਉਹਨਾਂ ਨੂੰ ਵੀ ਲੈ ਲਵੋ। ਜੋ ਦਾਮਨ ਗਹਿ ਲੇਹ ਤੁਮਾਰੇ, ਜਿਹੜੇ ਕੈਦੀ ਰਾਜੇ ਤੁਹਾਡਾ ਪੱਲਾ ਫੜ ਲੈ ਬਣਗੇ। ਬੰਦ ਖਲਾਸੀ ਸੋ ਹੋਏ ਸਾਰੇ, ਉਹ ਸਾਰੇ ਕੈਦ ਤੋਂ ਰਿਹਾ ਹੋ ਜਾ ਬਣਗੇ। ਉਤੇ ਦੁਰਗ ਕੇ ਜੇ ਦਰਵਾਨ, ਕਿਲੇ ਦੇ ਜੋ ਦਵਾਰਪਾਨ ਭਾਵ ਦਵਾਰਪਾਲ ਹਨ, ਹੁਕਮ ਸ਼ਾਹ ਕੋ ਦਿਓ ਬਖਾਨ। ਉਹਨਾਂ ਨੂੰ ਵੀ ਬਾਦਸ਼ਾਹ ਦਾ ਇਹ ਜਿਹੜਾ ਹੁਕਮ ਹੈ ਇਹ ਸੁਣਾ ਦਿੱਤਾ ਹੈ। ਕੈਦੀ ਮਹਿਪਾਲਕ ਜੇ ਅਹੈ, ਜੋ ਕੈਦੀ ਰਾਜੇ ਹਨ, ਜੋ ਸਤਿਗੁਰ ਕੇ ਦਾਮਨ ਗਹੈ। ਉਹਨਾਂ ਵਿੱਚੋਂ ਜੋ ਸਤਿਗੁਰੂ ਜੀ ਦਾ ਪੱਲਾ ਫੜ ਲੈ ਬਣਗੇ। ਸੋ ਸਭ ਦੁਰਗ ਨਿਕਸ ਕਰ ਜਾਏ, ਉਹ ਸਾਰੇ ਕਿਲੇ ਦੇ ਵਿੱਚੋਂ ਬਾਹਰ ਚਲੇ ਜਾ ਬਣਗੇ। ਪੱਗ ਕੇ ਬੰਧਨ ਦੇਹੋ ਕਟਾਏ, ਉਹਨਾਂ ਦੇ ਪੈਰਾਂ ਦੀਆਂ ਬੰਨੀਆਂ ਹੋਈਆਂ ਜੰਜੀਰਾਂ ਕੱਟ ਦੇਵੋ। ਸ੍ਰੀ ਗੁਰ ਹਰਗੋਬਿੰਦ ਗੁਸਾਈ, ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਹਨ, ਲੱਖ ਕਰ ਤੁਰਕੇਸ਼ਰ ਚਤੁਰਾਈ। ਤੁਰਕ ਬਾਦਸ਼ਾਹ ਦੀ ਜਿਹੜੀ ਚਤੁਰਾਈ ਸੀ, ਸਿਆਣਪ ਸੀ, ਉਸ ਨੂੰ ਜਾਣ ਕਰ। ਚੜਨ ਹੇਤ ਨਿਜ ਬਸਤਰ ਮੰਗਾਏ, ਆਪਣੇ ਪਹਿਨਣ ਵਾਸਤੇ ਸਤਿਗੁਰੂ ਜੀ ਨੇ ਵਸਤਰ ਮੰਗਵਾਏ ਹਨ। ਦੌਲਤ ਦਾਸ ਸਕਲ ਲੈ ਆਏ, ਸੇਵਕ ਦੌੜ ਕੇ ਜਾ ਕਰ ਸਾਰੇ ਵਸਤਰ ਲੈ ਆਏ ਹਨ। ਅਰਨ ਬਰਨ ਚੀਰਾ ਸਿਰ ਚਾਰੂ, ਗੁਰੂ ਜੀ ਨੇ ਮੁਬਾਰਕ ਸੀਸ ਦੇ ਉੱਪਰ ਲਾਲ ਰੰਗ ਦਾ ਸੁੰਦਰ ਚੀਰਾ ਪੱਗ ਸਜਾ ਲਈ ਹੈ। ਜੁਗ ਸ਼ੋਧਨ ਕੈ ਜਰੀ ਉਧਾਰੂ, ਜਿਸ ਦੇ ਦੋਹਾਂ ਸਿਰਿਆਂ ਦੇ ਉੱਪਰ ਸੁੰਦਰ ਜਰੀ ਲੱਗੀ ਹੋਈ ਸੀ। ਸੁੰਦਰ ਪੇਚ ਲਾਏ ਸੋ ਸਾਜਾ, ਗੁਰੂ ਜੀ ਨੇ ਉਹ ਸੁੰਦਰ ਪੇਚ ਜਿਹੜਾ ਚੀਰਾ ਹੈ ਪੇਚ ਲਾ ਕੇ ਸਜਾਇਆ ਹੋਇਆ ਹੈ। ਮੁਖ ਮੰਡਲ ਤਬ ਅਦਕ ਬਿਰਾਜਾ, ਉਹਨਾਂ ਦਾ ਮੁਖ ਮੰਡਲ ਬਹੁਤ ਸੋਭਾ ਦੇਣ ਲੱਗਾ ਹੈ। ਜਾਮਾ ਪਹਿਰਿਓ ਚਾਰ ਪਿਸਾਲਾ, ਗੁਰੂ ਜੀ ਨੇ ਬਹੁਤ ਸੁੰਦਰ ਚੋਲਾ ਵੀ ਪਹਿਨ ਲਿਆ ਹੈ। ਬੰਨੇ 50 ਜਾਸ ਕੇ ਪਾਲਾ, ਕਵੀ ਜੀ ਲਿਖਦੇ ਜਿਸ ਦੇ 50 ਲੜ ਪੱਲੇ ਬਣੇ ਹੋਏ ਸਨ। ਸੁੰਦਰ ਬੰਦ ਸੋ ਦੁੰਦ ਬਿਲੰਦੇ, ਉਸ ਦੀਆਂ ਤਣੀਆਂ ਦਾ ਜੋੜਾ ਸੁੰਦਰ ਤੇ ਸ਼ਾਨਦਾਰ ਸੀ। ਆਯਤ ਉਰ ਪਰ ਲਮਕ ਸੁਹੰਦੇ, ਜੋ ਚੌੜੀ ਛਾਤੀ ਦੇ ਉੱਪਰ ਲਟਕਦਾ ਸੋਭਾ ਦੇ ਰਿਹਾ ਸੀ। ਸਿਰ ਪਰ ਜਿਗਾ ਜੇਬ ਜਿਸ ਜਾਹਰ, ਗੁਰੂ ਜੀ ਦੇ ਸੀਸ ਦੇ ਉੱਪਰ ਜਿਗਾ ਦੀ ਸੋਭਾ ਪ੍ਰਗਟ ਹੋ ਰਹੀ ਸੀ। ਜ਼ਬਰ ਅਜਾਇਬ ਜ਼ਰੇ ਜਵਾਹਰ, ਜਿਸ ਦੇ ਉੱਪਰ ਅਦਭੁਤ ਜ਼ਵਾਹਰਾਤ ਜੜੇ ਹੋਏ ਸਨ। ਕੁੰਡਲ ਕਰਨ ਕਰਨ ਮਹਿ ਕੰਕਨ, ਗੁਰੂ ਜੀ ਨੇ ਕੰਨਾਂ ਦੇ ਵਿੱਚ ਕੁੰਡਲ ਤੇ ਹੱਥਾਂ ਦੇ ਵਿੱਚ ਕੜੇ ਪਹਿਨੇ ਹੋਏ ਹਨ। ਆਂਖ ਵਿਸਾਲ ਬਿਲੋਕਨ ਬੰਕਨ, ਉਹਨਾਂ ਦੇ ਵੱਡੇ ਨੇਤਰ ਤੇ ਤੰਕ ਤੱਕਣੀ ਸਜਾਵਟ ਵਾਲੀ ਸੀ। ਜਥਾ ਸੁੰਡ ਭੁਜ ਦੰਡ ਪ੍ਰਚੰਡੇ, ਗੁਰੂ ਜੀ ਦੀਆਂ ਵੱਡੀਆਂ ਮਜ਼ਬੂਤ ਬਾਹਾਂ ਜਿਵੇਂ ਹਾਥੀ ਦੀ ਸੁੰਡ ਹੁੰਦੀ ਹੈ। ਨਵ ਰਤਨੇ ਅੰਗਦ ਜਹ ਮੰਡੇ, 9 ਪ੍ਰਕਾਰ ਦੇ ਰਤਨ ਸਤਿਗੁਰੂ ਜੀ ਦੇ ਸਰੀਰ ਦੇ ਉੱਪਰ ਸਜ ਰਹੇ ਹਨ। ਗਰ ਮੈਂ ਮੁਕਤਾ ਮਾਲ ਵਿਸਾਲਾ, ਗਲ ਦੇ ਵਿੱਚ ਮੋਤੀਆਂ ਦੀ ਵੱਡੀ ਮਾਲਾ ਹੈ। ਵਿੱਚ ਵਿੱਚ ਹੀਰਨ ਜਾਲਨ ਝਾਲਾ, ਵਿੱਚ ਵਿੱਚ ਉਹਨਾਂ ਦੇ ਸਮੂਹ ਹੀਰੇ ਜਿਹੜੇ ਉਹ ਝਲਕ ਰਹੇ ਹਨ। ਜਰੇ ਜਵਾਹਰ ਛਾਪ ਛਲਾਇਨ, ਗੁਰੂ ਜੀ ਦੇ ਛਾਪਾਂ ਤੇ ਛੱਲੇ ਜ਼ਵਾਹਰਾਤਾਂ ਦੇ ਨਾਲ ਜੜੇ ਹੋਏ ਹਨ। ਸ਼ੋਭਤ ਸ਼ੁਭ ਸਰੂਪ ਸ਼ਬ ਆਇਨ, ਸੁੰਦਰਤਾ ਦੇ ਘਰ ਗੁਰੂ ਜੀ ਦਾ
ਦਾ ਸ੍ਰੇਸ਼ਟ ਸਰੂਪ ਸੋਭਾ ਪਾ ਰਹਿਆ ਸੀ। ਲੈ ਬਹੁ ਮੋਲਾ ਲਲਤ ਦਕੂਲ, ਗੁਰੂ ਜੀ ਨੇ ਬਹੁਤ ਕੀਮਤੀ ਮੁੱਲ ਦਾ ਸੁੰਦਰ ਕੱਪੜਾ ਲੈ ਲਿਆ ਹੈ। ਜਰੀ ਜੁਕਤ ਸ਼ੋਭਤ ਭੁਜ ਮੂਲ, ਜੋ ਜਰੀ ਲੱਗਿਆ ਉਹਨਾਂ ਦੇ ਮੋਢਿਆਂ ਤੇ ਸੋਭਾ ਦੇ ਰਹਿਆ ਹੈ। ਗਹਿ ਦੀਰਘ ਪਹਿਰੀ ਸ਼ਮਸ਼ੇਰ, ਗੁਰੂ ਜੀ ਨੇ ਫੜ ਕੇ ਵੱਡੀ ਤਲਵਾਰ ਪਹਿਨ ਲਈ ਹੈ। ਬਲੀ ਵਿਸਾਲ ਸ਼ੁਭਤ ਸੰਬੇ ਸ਼ੇਰ, ਗੁਰੂ ਜੀ ਇੱਕ ਵੱਡੇ ਤਾਕਤਵਰ ਸ਼ੇਰ ਦੇ ਸਮਾਨ ਸੋਭਾ ਪਾ ਰਹੇ ਹਨ। ਜਾਬੂ ਨਦ ਕੇ ਫੂਲ ਲਗਾਏ, ਜੋੜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਢਾਲ ਹੈ। ਢਾਲ ਵੀ ਸਤਿਗੁਰੂ ਜੀ ਨੇ ਪਹਿਨੀ। ਕਵੀ ਜੀ ਲਿਖਦੇ ਕਿ ਉਸ ਦੇ ਉੱਪਰ ਸੋਨੇ ਦੇ ਫੁੱਲ ਲੱਗੇ ਹੋਏ ਹਨ। ਬਾਂਧ ਲਈ ਅਸ ਢਾਲ ਸੁਹਾਏ, ਉਹ ਜਿਹੜੀ ਢਾਲ ਹੈ ਬੜੇ ਹੀ ਸੁਚੱਜੇ ਢੰਗ ਦੇ ਨਾਲ ਸਤਿਗੁਰੂ ਜੀ ਨੇ ਆਪਣੇ ਸਰੀਰ ਤੇ ਬੰਨ ਲਈ ਹੈ। ਕੰਚਨ ਮੈਂ ਜਰਾਓ ਜਰਵਾਇਓ, ਜਿਸ ਦੇ ਵਿੱਚ ਜਿਹੜਾ ਪੱਥਾ ਹੈ ਨਾ ਤੀਰਾਂ ਦਾ, ਉਸ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਤਨ ਜੜਵਾਏ ਹੋਏ ਹਨ। ਅਸ ਨਿਖੰਗ ਕਰ ਸੰਗ ਲਗਾਇਓ, ਜਿਹੜਾ ਤੀਰਾਂ ਦਾ ਪੱਥਾ ਉਹ ਵੀ ਸਤਿਗੁਰੂ ਜੀ ਨੇ ਫਿਰ ਲੱਕ ਦੇ ਨਾਲ ਬੰਨ ਲਿਆ ਹੈ। ਤੁਨਖ ਕਠੋਰ ਹੱਥ ਮੈਂ ਗਹਿਓ, ਹੱਥ ਦੇ ਵਿੱਚ ਇੱਕ ਮਜ਼ਬੂਤ ਕਮਾਨ ਸਤਿਗੁਰੂ ਜੀ ਨੇ ਫੜ ਲਈ ਹੈ। ਪਨਹੀ ਜਾਏ ਚੱਲਨ ਕੋ ਚਾਹਿਓ, ਫਿਰ ਸਤਿਗੁਰੂ ਜੀ ਜੋੜਾ ਪਹਿਨ ਲੈਂਦੇ ਹਨ ਤੇ ਚੱਲਣਾ ਸਤਿਗੁਰੂ ਜੀ ਨੇ ਚਾਹਿਆ ਹੈ। ਸੁਨ ਪਿਖ ਕੈ ਕੈਦੀ ਮਹਿਪਾਲ, ਕੈਦੀ ਰਾਜੇ ਸੁਣ ਕੇ ਵੇਖ ਕੇ ਸਾਰੇ ਹੀ ਬੜੇ ਹੀ ਖੁਸ਼ ਹੋਏ ਹਨ। ਹਰਖਤ ਸਭ ਆਏ ਤਤਕਾਲ, ਬੜੇ ਖੁਸ਼ ਸਾਰੇ ਦੇ ਸਾਰੇ ਤੇ ਛੇਤੀ ਹੀ ਸਤਿਗੁਰੂ ਜੀ ਦੇ ਕੋਲ ਪਹੁੰਚ ਜਾਂਦੇ ਹਨ। ਦੀਨ ਮਲੀਨ ਕੁਟਾਲ ਕਰਾਲੇ, ਉਹਨਾਂ ਦੇ ਜਿਹੜੇ ਕੱਪੜੇ ਹਨ ਬੜੇ ਹੀ ਮੈਲੇ, ਗਰੀਬਾਂ ਦੀ ਨਿਆਈ ਕਵੀ ਜੀ ਲਿਖਦੇ ਹਨ। ਤੇ ਜਿਹੜੇ ਰੂਪ ਹਨ ਉਹ ਬੜੇ ਹੀ ਡਰਾਉਣੇ ਹਨ। ਬਹੁ ਗਰੂਏ ਪਗ ਬੰਧਨ ਡਾਲੇ, ਉਹਨਾਂ ਦੇ ਪੈਰਾਂ ਦੇ ਵਿੱਚ ਬਹੁਤ ਭਾਰੀ ਜਿਹੜੀਆਂ ਜੰਜੀਰਾਂ ਬੰਧਨ ਹਨ ਉਹ ਪਾਏ ਹੋਏ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹੁਣ ਇਥੋਂ ਚੱਲਣਾ ਚਾਹੁੰਦੇ ਹਨ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਜਿਵੇਂ ਬਾਦਸ਼ਾਹ ਨੇ ਆਖਿਆ ਸੀ ਨਾ, ਬਾਦਸ਼ਾਹ ਦੇ ਮਨ ਦੇ ਵਿੱਚ ਆਪਣੀ ਵਿਚਾਰ ਸੀ ਕਿ ਕਿੰਨੇ ਕੋ ਚੋਲੇ ਦੇ ਪੱਲੇ ਹੋ ਸਕਦੇ ਹਨ। ਸੋ ਆਖ ਦਿੱਤਾ ਕਿ ਜਿੰਨੇ ਰਾਜੇ ਗੁਰੂ ਜੀ ਦਾ ਪੱਲਾ ਫੜ ਲੈਣਗੇ ਉਹ ਸਾਰੇ ਦੇ ਸਾਰੇ ਰਿਹਾ ਕਰ ਦਿੱਤੇ ਜਾਵਣਗੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਾਜਿਆਂ ਦੀ ਗਿਣਤੀ ਕੀਤੀ ਤੇ ਓਨੇ ਹੀ ਪੱਲਿਆਂ ਵਾਲਾ ਜਿਹੜਾ ਚੋਲਾ ਸਵਾਲਿਆ ਸਤਿਗੁਰੂ ਜੀ ਨੇ ਪਹਿਨਿਆ ਹੈ ਚੋਲਾ। ਜਦੋਂ ਤੁਰਨ ਲੱਗੇ ਸਾਰੇ ਦੇ ਸਾਰੇ ਜਿਹੜੇ ਕੈਦੀ ਰਾਜੇ ਸਤਿਗੁਰੂ ਜੀ ਦੇ ਕੋਲ ਪਹੁੰਚ ਜਾਂਦੇ ਹਨ। ਕਿਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਪੱਲੇ ਦੇ ਨਾਲ ਲਾ ਕਰ ਫਿਰ ਇਹਨਾਂ ਕੈਦੀ ਰਾਜਿਆਂ ਨੂੰ ਰਿਹਾ ਕਰਵਾਉਂਦੇ ਹਨ ਜੀ। ਸਮੁੱਚਾ ਇਤਿਹਾਸ ਆਉਣ ਵਾਲੇ ਸਮੇਂ ਦੇ ਵਿੱਚ ਆਪ ਸਭ ਸੰਗਤਾਂ ਨੂੰ ਸਰਵਣ ਕਰਵਾਇਆ ਜਾਵੇਗਾ ਜੀ। ਸਮੇਂ ਦੀ ਸੰਪੂਰਨਤਾ ਹੈ ਜੀ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਣਾ ਕਰੀਏ। ਦੋਹਰਾ ਹਿਰਦੇ ਵਿਚਾਰਤ ਸੁਮਤ ਤੇ ਜਹਾਂਗੀਰ ਪਾਤਸ਼ਾਹ, ਲੈ ਨਿਕਸੈ ਗੁਰ ਨ੍ਰਿਪਰ ਕਿਤਕ, ਲੈ ਨਿਕਸੈ ਗੁਰ ਨ੍ਰਿਪ ਕਿਤਕ, ਰਹਿ ਅਪਰ ਗੱਡ ਮਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋਤ ਰਹਿ ਪਾਰ, ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨ ਹਾਰ। ਕਥਾ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਜੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੈ ਜੀ। ਬਖਸ਼ ਲੈਣਾ ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।